ਉਤਪਤੀ 46ਵਾਂ ਅਧਿਆਏ ਉਸ ਦੇ ਸ਼ੁਰੂ ਦੇ ਕੁਝ ਵਚਨਾਂ ਨੂੰ ਆਪਾਂ ਸਾਰੇ ਮਿਲ ਕੇ ਪੜਾਂਗੇ। ਤਦ ਇਜ਼ਰਾਈਲ ਆਪਣਾ ਸਭ ਕੁਝ ਲੈ ਕੇ ਬੈਰਸ਼ਬਾ ਨੂੰ ਗਿਆ ਅਤੇ ਉੱਥੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ਵਰ ਲਈ ਉਸਨੇ ਬਲੀਆਂ ਚੜਾਈਆਂ। ਤਦ ਪਰਮੇਸ਼ਵਰ ਨੇ ਇਜ਼ਰਾਈਲ ਨੂੰ ਰਾਤ ਨੂੰ ਦਰਸ਼ਨ ਦੇ ਕੇ ਆਖਿਆ, ਹੇ ਯਾਕੂਬ, ਹੇ ਯਾਕੂਬ। ਉਸਨੇ ਕਿਹਾ, ਮੈਂ ਹਾਜ਼ਰ ਹਾਂ। ਉਸਨੇ ਕਿਹਾ, ਮੈਂ ਪਰਮੇਸ਼ਵਰ ਹਾਂ, ਤੇਰੇ ਪਿਤਾ ਦਾ ਪਰਮੇਸ਼ਵਰ। ਤੂੰ ਮਿਸਰ ਵਿੱਚ ਜਾਣ ਤੋਂ ਨਾ ਡਰ, ਕਿਉਂਕਿ ਮੈਂ ਤੇਰੇ ਤੋਂ ਉੱਥੇ ਇੱਕ ਵੱਡੀ ਜਾਤੀ ਬਣਾਵਾਂਗਾ। ਮੈਂ ਤੇਰੇ ਨਾਲ ਨਾਲ ਮਿਸਰ ਨੂੰ ਜਾਵਾਂਗਾ ਅਤੇ ਮੈਂ ਤੈਨੂੰ ਉੱਥੋਂ ਫਿਰ ਆਪਣੇ ਨਾਲ ਲੈ ਆਵਾਂਗਾ ਅਤੇ ਯੂਸਫ ਆਪਣੇ ਹੱਥਾਂ ਦੇ ਨਾਲ ਤੇਰੀਆਂ ਅੱਖਾਂ ਨੂੰ ਬੰਦ ਕਰੇਗਾ। ਤਦ ਯਾਕੂਬ ਬੈਰਸ਼ਬਾ ਤੋਂ ਉੱਠਿਆ। ਪਿਤਾ ਜੀ, ਕਦੋਂ ਆਓਗੇ? ਇਸ ਤਰ੍ਹਾਂ ਪੁੱਤਰ ਨੇ ਸਵਾਲ ਕੀਤਾ, ਪਿਤਾ ਜੀ ਆ ਜਾਓ। ਪਿਤਾ ਨੂੰ ਬੁਲਾਇਆ। ਯੂਸਫ, ਜਿਹੜਾ ਕਿ ਬਹੁਤ ਅਦਭੁਤ ਆਤਮਿਕ ਵਿਅਕਤੀ ਸੀ, ਪਿਤਾ ਜੀ ਕਦੋਂ ਆਓਗੇ? ਇਹ ਪਿਆਰ ਕਰਨ ਵਾਲੇ ਪੁੱਤਰ ਦੀ ਬੁਲਾਹਟ ਸੀ, ਪਿਤਾ ਜੀ ਕਦੋਂ ਮਰੋਗੇ? ਇਸ ਤਰ੍ਹਾਂ ਅੱਜ ਕੱਲ ਦੇ ਬੱਚੇ, ਇਸ ਤਰ੍ਹਾਂ ਦੇ ਧੀਆਂ ਪੁੱਤਰ ਆਪਣੇ ਮਾਂ-ਬਾਪ ਦੇ ਬਾਰੇ ਸੋਚਦੇ ਆ। ਕੋਈ ਹੈ ਸਾਡੇ ਵਿਚਕਾਰ? ਕਦੋਂ ਮਰੇਗੀ ਇਹ ਬੁੱਢੀ? ਕਦੋਂ ਮਰੇਗਾ ਇਹ ਬੁੱਢਾ? ਇਸ ਤਰ੍ਹਾਂ ਆਪਣੇ ਹੀ ਮਾਤਾ ਅਤੇ ਪਿਤਾ ਨੂੰ ਬੁਰੀ ਸੋਚ ਦੇ ਨਾਲ ਗੱਲ ਕਰਨ ਵਾਲੇ ਬਹੂ ਜਾਂ ਫਿਰ ਕੋਈ ਬੇਟਾ ਹੈ, ਇਹ ਠੀਕ ਨਹੀਂ ਆ। ਪਰਮੇਸ਼ਵਰ ਨੇ ਯੂਸਫ ਨੂੰ ਆਸ਼ੀਸ਼ ਦਿੱਤੀ। ਇਹਦਾ ਕਾਰਨ ਸੀ ਕਿ ਪਰਮੇਸ਼ਵਰ ਯੂਸਫ ਦੇ ਨਾਲ ਸੀ। ਪਰਮੇਸ਼ਵਰ ਕਿਹਨੂੰ ਆਸ਼ੀਸ਼ ਦਿੰਦਾ ਹੈ? ਜਿਹੜਾ ਕੋਈ ਪਰਮੇਸ਼ਵਰ ਦੇ ਨਾਲ ਰਹਿੰਦਾ ਹੈ, ਪਰਮੇਸ਼ਵਰ ਉਸ ਨੂੰ ਆਸ਼ੀਸ਼ ਦਿੰਦਾ ਹੈ। ਕੀ ਤੁਹਾਡੇ ਵਿੱਚੋਂ ਕੋਈ ਹੈ ਕਿ ਪਰਮੇਸ਼ਵਰ ਮੈਨੂੰ ਆਸ਼ੀਸ਼ ਦੇਵੇ? ਇਸ ਤਰ੍ਹਾਂ ਕੋਈ ਸੋਚਣ ਵਾਲਾ ਹੈ ਤਾਂ ਆਪਣੇ ਹੱਥ ਵਿਖਾਓ। ਪਰਮੇਸ਼ਵਰ ਮੈਨੂੰ ਆਸ਼ੀਸ਼ ਦੇਵੇ, ਇਸ ਤਰ੍ਹਾਂ ਕਹਿਣ ਵਾਲਾ ਕੋਈ ਹੈ ਤਾਂ ਹੱਥ ਵਿਖਾਓ। ਤੁਸੀਂ ਹੱਥ ਮੈਨੂੰ ਨਹੀਂ ਦਿਖਾ ਰਹੇ, ਅਸਲ ਦੇ ਵਿੱਚ ਤੁਸੀਂ ਆਪਣਾ ਹੱਥ ਪ੍ਰਭੂ ਨੂੰ ਦਿਖਾ ਰਹੇ ਹੋ ਕਿ ਪ੍ਰਭੂ ਮੈਨੂੰ ਆਸ਼ੀਸ਼ ਦਿਓ ਕਹਿ ਰਹੇ ਹੋ। ਸੋ ਅਗਰ ਕੋਈ ਇਸ ਤਰ੍ਹਾਂ ਹੱਥ ਚੱਕੇਗਾ ਤਾਂ ਇਸੇ ਤਰ੍ਹਾਂ ਦੀ ਆਸ਼ੀਸ਼ ਮਿਲੇਗੀ, ਰਾਈਟ? ਪਰਮੇਸ਼ਵਰ ਦੇ ਆਸ਼ੀਸ਼ ਦੇਣ ਦੀ ਇੱਕ ਕੰਡੀਸ਼ਨ ਹੈ। ਉਹ ਕੰਡੀਸ਼ਨ ਇਹ ਹੈ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਣਾ ਚਾਹੀਦਾ। ਉਤਪਤੀ 39ਵਾਂ ਅਧਿਆਏ ਇਸ ਦੇ ਦੂਸਰੇ ਵਚਨ ਤੋਂ, ਯੂਸਫ ਆਪਣੇ ਮਿਸਰੀ ਸਵਾਮੀ ਦੇ ਘਰੇ ਰਹਿੰਦਾ ਸੀ ਅਤੇ ਯਹੋਵਾ ਉਸ ਦੇ ਨਾਲ ਸੀ, ਇਸ ਲਈ ਉਹ ਵੱਡਾ ਭਾਗਵਾਨ ਮਨੁੱਖ ਬਣ ਗਿਆ। ਯੂਸਫ ਦੇ ਨਾਲ ਯਹੋਵਾ ਸੀ, ਇਸੇ ਲਈ, ਇਹ ਯਾਦ ਰੱਖੋ ਪਿਆਰਿਓ, ਇਸੇ ਲਈ ਯੂਸਫ ਉન્નਤੀ ਕਰ ਪਾਇਆ। ਕੀ ਤੁਸੀਂ ਉન્નਤੀ ਕਰਨਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਤੁਹਾਡਾ ਪਰਿਵਾਰ ਉન્નਤੀ ਕਰੇ, ਤੁਹਾਡਾ ਕਾਰੋਬਾਰ, ਤੁਹਾਡੀ ਨੌਕਰੀ ਜਾਂ ਤੁਹਾਡੀ ਜ਼ਿੰਦਗੀ ਉન્નਤੀ ਕਰੇ? ਤੁਸੀਂ ਚਾਹੁੰਦੇ ਹੋ? ਜਾਂ ਤੁਹਾਡੀ ਖੇਤੀਬਾੜੀ ਉન્નਤੀ ਕਰਨ ਦੀ ਆਸ ਕਰ ਰਹੇ ਹੋ? ਤਾਂ ਫਿਰ ਸੁਣੋ, ਪਰਮੇਸ਼ਵਰ ਤੁਹਾਡੇ ਨਾਲ ਹੋਣਾ ਚਾਹੀਦਾ। ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਤਾਂ ਪਾਪ ਤੁਹਾਡੇ ਨਾਲ ਨਹੀਂ ਰਹਿਣਾ ਚਾਹੀਦਾ। ਜੇ ਪਾਪ ਤੁਹਾਡੇ ਵਿੱਚ ਹੈ ਤਾਂ ਪਾਪ ਤੁਸੀਂ ਕਰ ਰਹੇ ਹੋ, ਪਰਮੇਸ਼ਵਰ ਤੁਹਾਡੇ ਨਾਲ ਨਹੀਂ ਰਹੇਗਾ। ਯਾਨੀ ਹਨੇਰੇ ਤੇ ਚਾਨਣ ਦਾ ਇਕੱਠੇ ਰਹਿਣਾ ਬਹੁਤ ਹੀ ਮੁਸ਼ਕਿਲ ਹੈ। ਸੈਮਸਨ ਦੇ ਨਾਲ ਪਰਮੇਸ਼ਵਰ ਸੀ, ਪਰ ਸੈਮਸਨ ਜਾ ਕੇ ਵੈਸ਼ਿਆ ਨਾਲ ਮਿਲ ਗਿਆ। ਜਦੋਂ ਸੈਮਸਨ ਵੈਸ਼ਿਆ ਦੇ ਕੋਲ ਜਾ ਕੇ ਰਹਿਣ ਲੱਗਾ, ਉਦੋਂ ਪਰਮੇਸ਼ਵਰ ਉਹਦੇ ਤੋਂ ਦੂਰ ਹੋ ਗਿਆ। ਇਸ ਲਈ ਕੀ ਹੋਇਆ? ਛੱਡ ਦਿੱਤਾ। ਹਜੇ ਤੱਕ ਤਾਂ ਪਰਮੇਸ਼ਵਰ ਸੈਮਸਨ ਦੇ ਨਾਲ ਸੀ। ਜਦੋਂ ਉਸਨੇ ਪਾਪ ਕਰਨਾ ਸ਼ੁਰੂ ਕੀਤਾ, ਜਾਣ ਬੁੱਝ ਕੇ, ਸਭ ਕੁਝ ਜਾਣਦੇ ਹੋਏ ਜਦੋਂ ਸੈਮਸਨ ਨੇ ਪਾਪ ਕਰਨਾ ਸ਼ੁਰੂ ਕੀਤਾ, ਪਰਮੇਸ਼ਵਰ ਨੇ ਸੈਮਸਨ ਨੂੰ ਛੱਡ ਦਿੱਤਾ। ਨਿਆਂਇਆਂ ਦੀ ਕਿਤਾਬ 16ਵੇਂ ਅਧਿਆਏ 'ਚ ਅਸੀਂ ਵੇਖਾਂਗੇ ਪਰਮੇਸ਼ਵਰ ਨੇ ਉਸ ਨੂੰ ਕਦੋਂ ਛੱਡਿਆ। ਪਰਮੇਸ਼ਵਰ ਨੇ ਉਸ ਨੂੰ ਛੱਡ ਦਿੱਤਾ, ਇਹ ਉਹ ਸਮਝ ਨਹੀਂ ਪਾਇਆ। 16ਵਾਂ ਅਧਿਆਏ 19ਵਾਂ ਵਚਨ, ਤਦ ਉਸ ਨੇ ਉਸ ਨੂੰ ਆਪਣੇ ਗੋਡਿਆਂ ਤੇ ਸਵਾਰ ਰੱਖਿਆ। ਪਿਆਰਿਓ, ਸੈਮਸਨ ਪਵਿੱਤਰ ਸੀ, ਅਲੱਗ ਕੀਤਾ ਗਿਆ ਸੀ, ਚੁਣਿਆ ਗਿਆ ਸੀ, ਅਭਿਸ਼ਿਕਤ ਸੀ, ਉਹ ਨਾਜ਼ੀਰ ਕੀਤਾ ਗਿਆ ਸੀ। ਪ੍ਰਭੂ ਲਈ ਜੀਣਾ ਉਸਨੇ ਛੱਡ ਕੇ ਵੈਸ਼ਿਆ ਦੀ ਗੋਦ 'ਚ ਸੋ ਗਿਆ। ਅੱਜ ਕੋਈ ਹੈ ਸਾਡੇ ਵਿਚਕਾਰ, ਪਤੀ ਹੋਣ ਤੇ ਵੀ, ਜ਼ਿੰਮੇਦਾਰੀਆਂ ਹੋਣ ਤੇ ਵੀ, ਪਰਾਏ ਇਸਤਰੀ, ਪਰਾਏ ਮਰਦ ਜਾਂ ਫਿਰ ਵੈਸ਼ਿਆ ਦੇ ਕੋਲ ਜਾ ਕੇ ਇਸ ਤਰ੍ਹਾਂ ਸੌਣ ਵਾਲਾ ਕੋਈ ਹੈ? ਬॉयਫ੍ਰੈਂਡ ਦੀ ਗੋਦ 'ਚ ਸੌਣ ਵਾਲੇ, ਗਰਲਫ੍ਰੈਂਡ ਦੀ ਗੋਦ 'ਚ ਸੌਣ ਵਾਲੇ, ਸਰੀਰ ਨੂੰ ਅਪਵਿੱਤਰ ਕਰਨ ਵਾਲਾ ਕੋਈ ਹੈ ਤਾਂ ਫਿਰ ਸੁਣੋ,
ਸਭ ਕੁਝ ਜਾਣਨ ਦੇ ਬਾਵਜੂਦ ਵੀ ਅਗਰ ਇਸ ਤਰ੍ਹਾਂ ਨੀਚਵੇਂ ਕੰਮ ਕਰੋਗੇ ਕੀ ਹੋਏਗਾ? ਕੀ ਤੁਸੀਂ ਜਾਣਦੇ ਹੋ ਸੈਮਸਨ ਬਹੁਤ ਹੀ ਸ਼ਕਤੀਸ਼ਾਲੀ ਸੀ। ਬਾਈਬਲ 'ਚ ਰਹਿਣ ਵਾਲੇ ਜਿੰਨੇ ਵੀ ਲੋਕ ਆ, ਸੈਮਸਨ ਦਾ ਨਾਮ ਸੀ ਕਿ ਉਹ ਬਹੁਤ ਹੀ ਤਾਕਤਵਰ ਸੀ। ਸੁਲੇਮਾਨ ਦਾ ਇੱਕ ਨਾਮ ਸੀ ਕਿ ਉਹ ਦੁਨੀਆ ਤੇ ਬਹੁਤ ਹੀ ਸਮਝਦਾਰ ਸੀ। ਅਤੇ ਮੂਸਾ ਦਾ ਵੀ ਇੱਕ ਨਾਮ ਸੀ ਕਿ ਉਹ ਸਾਰੀ ਧਰਤੀ ਤੇ ਸਭ ਤੋਂ ਨਮਰ ਵਿਅਕਤੀ ਸੀ। ਅਯੂਬ ਦਾ ਵੀ ਇੱਕ ਨਾਮ ਸੀ, ਉਹ ਕੀ ਹੈ? ਸਾਰੀ ਧਰਤੀ ਦੇ ਉੱਤੇ ਉਹ ਖਰਾ ਅਤੇ ਧਰਮੀ ਸੀ। ਅਤੇ ਦਾਨੀਅਲ ਨੂੰ ਵੀ ਇੱਕ ਨਾਮ ਦਿੱਤਾ ਗਿਆ ਸੀ, ਉਹ ਕੀ ਪਰਮੇਸ਼ਵਰ ਦਾ ਬਹੁਤ ਪਿਆਰਾ ਸੀ। ਦਾਊਦ ਨੂੰ ਵੀ ਇੱਕ ਨਾਮ ਦਿੱਤਾ ਗਿਆ ਸੀ, ਇਹ ਮੇਰੇ ਮਨ ਦੇ ਅਨੁਸਾਰ ਵਿਅਕਤੀ ਹੈ। ਇਸ ਤਰ੍ਹਾਂ ਪਰਮੇਸ਼ਵਰ ਉਹਨਾਂ ਦੇ ਜੀਵਨ ਵਿੱਚ, ਪਰਮੇਸ਼ਵਰ ਦੁਆਰਾ ਦਿੱਤੀ ਗਈ ਉਹਨਾਂ ਦੇ ਜੀਵਨ 'ਚ ਸਥਿਤੀ ਦੇ ਕਾਰਨ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕੁਝ ਨਾਮ ਕਮਾਏ। ਅਬਰਾਹਮ ਦਾ ਇੱਕ ਨਾਮ ਸੀ ਕਿ ਅਬਰਾਹਮ ਯਹੋਵਾ ਦਾ ਮਿੱਤਰ ਹੈ। ਮੂਸਾ ਦੇ ਬਾਰੇ ਇੱਕ ਹੋਰ ਗੱਲ ਲਿਖੀ ਸੀ, ਪਰਮੇਸ਼ਵਰ ਉਹਦੇ ਨਾਲ ਆਮਣੇ ਸਾਹਮਣੇ ਗੱਲ ਕਰਦਾ ਸੀ। ਯਿਸੂ ਮਸੀਹ ਦੇ ਲਈ ਸਵਰਗ ਖੁੱਲ ਗਿਆ, ਆਕਾਸ਼ਵਾਣੀ ਹੋਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ। ਸੈਮਸਨ ਦਾ ਵੀ ਇੱਕ ਨਾਮ ਸੀ ਕਿ ਇਹ ਬਹੁਤ ਹੀ ਸਾਮਰਥੀ ਹੈ। ਪਲਿਸ਼ਤੀਆਂ ਨੂੰ ਨਾਸ਼ ਕਰਨ ਲਈ, ਇਜ਼ਰਾਈਲੀਆਂ ਨੂੰ ਛੁਡਾਉਣ ਦੇ ਲਈ ਅਤੇ ਉਹਨਾਂ ਦੀ ਸ਼ਾਂਤੀ ਨਾਲ ਅਗਵਾਈ ਕਰਨ ਦੇ ਲਈ ਪਰਮੇਸ਼ਵਰ ਨੇ ਸੈਮਸਨ ਨੂੰ ਜੀਵਨ ਦਿੱਤਾ, ਸਾਮਰਥ ਦਿੱਤੀ। ਕਿੰਨੀ ਸਾਮਰਥ ਦਿੱਤੀ ਜਾਣਦੇ ਹੋ? ਉਹ ਗਧੇ ਦੇ ਜਬਾੜੇ ਦੀ ਹੱਡੀ ਨੂੰ ਲੈ ਕੇ ਜਦੋਂ ਪਲਿਸ਼ਤੀਆਂ ਨੇ ਉਹਦੇ ਤੇ ਹਮਲਾ ਕੀਤਾ, ਉਸਨੇ 1000 ਲੋਕ ਮਾਰ ਦਿੱਤੇ। ਤਲਵਾਰ ਅਤੇ ਬਰਸ਼ੀ ਦੇ ਨਾਲ ਨਹੀਂ, ਗਧੇ ਦੀ ਜਬਾੜੀ ਦੀ ਹੱਡੀ ਦੇ ਨਾਲ ਉਸਨੇ 1000 ਫਲਿਸ਼ਤੀਆਂ ਨੂੰ ਮਾਰ ਦਿੱਤਾ। ਸੈਮਸਨ ਦਾ ਨਾਮ ਸੁਣ ਕੇ ਫਲਿਸ਼ਤੀ ਕੰਬਦੇ ਸੀ। ਐਸਾ ਸੈਮਸਨ ਇੱਕ ਪਾਪ ਦੇ ਅਧੀਨ ਹੋ ਗਿਆ। ਉਹ ਪਾਪ ਕੀ ਸੀ? ਲੜਕੀਆਂ ਦਾ ਚੱਕਰ। ਸੁੰਦਰ ਲੜਕੀ ਦਿਖਣ ਤੇ ਬਸ ਉਹਦੇ ਪੈਰ ਠਹਿਰਦੇ ਨਹੀਂ ਸੀ, ਉਹਦੀਆਂ ਅੱਖਾਂ ਸਥਿਰ ਨਹੀਂ ਰਹਿੰਦੀਆਂ ਸੀ, ਉਹਦਾ ਸਰੀਰ ਕਾਬੂ 'ਚ ਨਹੀਂ ਰਹਿੰਦਾ ਸੀ। ਅੱਜ ਸਾਡੇ ਵਿਚਕਾਰ ਕੋਈ ਹੈ, ਮੈਂ ਸਾਰੀਆਂ ਗੱਲਾਂ 'ਚ ਤਾਂ ਠੀਕ ਰਹਿੰਦਾ ਹਾਂ ਬ੍ਰਦਰ, ਪਰ ਮੈਂ ਇੱਕ ਵਿਸ਼ੇ ਦੇ ਵਿੱਚ, ਉਹ ਕਿਹੜਾ ਵਿਸ਼ੇ ਹੈ? ਉਹੀ ਬ੍ਰਦਰ, ਲੜਕੀਆਂ ਦਾ ਚੱਕਰ। ਸਾਰੇ ਵਿਸ਼ਿਆਂ ਦੇ ਵਿੱਚ ਮੈਂ ਠੀਕ ਹਾਂ, ਪਰ ਇੱਕ ਹੀ ਵਿਸ਼ੇ ਹੈ, ਸ਼ਰਾਬ ਦੇ ਬਾਰੇ। ਸਾਰੇ ਵਿਸ਼ਿਆਂ 'ਚ ਮੈਂ ਠੀਕ ਰਹਿੰਦੀ ਹਾਂ, ਪਰ ਇੱਕ ਵਿਸ਼ੇ, ਕਿਹੜਾ? ਸੂਟਾਂ ਦਾ ਵਿਸ਼ੇ। ਕਿੰਨੇ ਵੀ ਸੂਟ ਹੋਵੇ, ਉਹ ਕਲਰ ਨਹੀਂ ਆ ਕਿ ਦੁਨੀਆ ਭਰ ਦੇ ਕਲਰ ਚਾਹੀਦੇ ਆ, ਸਾਰੇ ਕਲਰ ਦੇ ਸੂਟ ਚਾਹੀਦੇ ਹੈ। ਪਤਾ ਨਹੀਂ ਕਿਉਂ ਸ਼ਾਪਿੰਗ ਮਾਲ ਦੇ ਵਿੱਚ ਜਿੰਨੇ ਵੀ ਕਲਰ ਹੋਵੇ ਉਹ ਸਭ ਘਰ 'ਚ ਆ ਜਾਣੇ ਚਾਹੀਦੇ। ਕਿੰਨਾ ਵੀ ਸੋਨਾ ਹੋਵੇ, ਕਿੰਨੇ ਵੀ ਸੂਟ ਹੋਵੇ, ਬਸ ਨਹੀਂ ਕਰਦੇ, ਪਤਾ ਨਹੀਂ ਕਿਉਂ। ਬੁਰੀ ਇੱਛਾ। ਧਿਆਨ ਨਾਲ ਸੁਣੋ, ਸੈਮਸਨ ਲੜਕੀਆਂ ਦੇ ਪਿੱਛੇ ਪੈ ਗਿਆ। ਪਰਮੇਸ਼ਵਰ ਨੇ ਦੇਖਿਆ, ਉਹ ਸਹਿਨ ਨਾ ਕਰ ਸਕਿਆ, ਵੈਸ਼ਿਆਂ ਕੋਲ ਜਾ ਕੇ ਉਹਦੀ ਗੋਦ 'ਚ ਸੋ ਗਿਆ। ਫਿਰ ਕੀ ਹੋਇਆ? ਨਿਆਂਇਆਂ 16:20। ਤਦ ਉਸਨੇ ਕਿਹਾ, ਹੈ ਸੈਮਸਨ, ਫਲਿਸ਼ਤੀ ਤੈਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਉਹ ਚੌਂਕ ਪਿਆ, ਮੈਂ ਪਹਿਲਾਂ ਦੀ ਤਰ੍ਹਾਂ ਬਾਹਰ ਜਾ ਕੇ ਮਾਰਾਂਗਾ, ਪਰ ਉਹ ਨਹੀਂ ਜਾਣਦਾ ਸੀ ਯਹੋਵਾ ਉਹਦੇ ਕੋਲੋਂ ਦੂਰ ਚਲਾ ਗਿਆ। ਪਰਮੇਸ਼ਵਰ ਨੇ ਛੱਡ ਦਿੱਤਾ। ਜਦੋਂ ਤੱਕ ਪਰਮੇਸ਼ਵਰ ਸੈਮਸਨ ਦੇ ਨਾਲ ਸੀ, ਉਹਦਾ ਕੋਈ ਟਾਕਰਾ ਨਹੀਂ ਕਰ ਸਕਿਆ। ਅੱਜ ਕੋਈ ਸਾਡੇ ਵਿਚਕਾਰ ਹੈ? ਮੈਂ ਸਾਮਰਥੀ ਜੀਵਨ ਜੀਣਾ ਚਾਹੁੰਦਾ ਹਾਂ, ਤਾਕਤਵਰ ਜੀਵਨ ਜੀਣਾ ਚਾਹੁੰਦਾ ਹਾਂ। ਮੈਂ ਕਿਸੇ ਤੋਂ ਨਹੀਂ ਡਰਨਾ ਚਾਹੁੰਦਾ ਹਾਂ। ਮੈਂ ਜੋ ਵੀ ਕੰਮ ਕਰਾਂ ਉਹਦੇ 'ਚ ਤਰੱਕੀ ਕਰਨੀ ਹੈ, ਐਸਾ ਜੀਵਨ ਮੈਂ ਜੀਣਾ ਹੈ। ਤਾਂ ਫਿਰ ਸੁਣੋ, ਪਰਮੇਸ਼ਵਰ ਤੁਹਾਡੇ ਨਾਲ ਹੋਣਾ ਚਾਹੀਦਾ। ਉਤਪਤੀ 39 ਅਧਿਆਇ 'ਚ ਅਸੀਂ ਵੇਖਦੇ ਹਾਂ, ਪਰਮੇਸ਼ਵਰ ਯੂਸਫ ਦੇ ਨਾਲ ਸੀ, ਇਸ ਲਈ ਯੂਸਫ ਜੋ ਕੁਝ ਵੀ ਕਰਦਾ ਸੀ, ਹਰ ਕੰਮ ਦੇ ਵਿੱਚ ਉਸ ਨੂੰ ਸਫਲ ਕਰਦਾ ਸੀ। ਤੁਸੀਂ ਕੁਝ ਵੀ ਕਰੋ, ਅਗਰ ਪਰਮੇਸ਼ਵਰ ਦੀ ਆਸ਼ੀਸ਼ ਚਾਹੁੰਦੇ ਹੋ, ਪਰਮੇਸ਼ਵਰ ਤੁਹਾਡੇ ਨਾਲ ਹੋਣਾ ਚਾਹੀਦਾ। ਅੱਜ ਸਾਡੇ ਵਿੱਚੋਂ ਕੋਈ ਵੀ ਕੰਮ ਸ਼ੁਰੂ ਕਰੇ, ਉਹ ਫੇਲ ਹੋ ਜਾਂਦੇ ਆ। ਅਸੀਂ ਕਈ ਵਾਰ ਕਹਿੰਦੇ ਆ, ਪਤਾ ਨਹੀਂ ਕਿਉਂ ਕੁਝ ਵੀ ਕਰ ਰਿਹਾ, ਤਰੱਕੀ ਨਹੀਂ ਹੋ ਰਹੀ। ਕੋਈ ਵੀ ਕਾਰੋਬਾਰ ਕਰੀਏ, ਫਾਇਦਾ ਨਹੀਂ ਹੋ ਰਿਹਾ ਜੀ। ਜੋ ਵੀ ਕੰਮ ਸ਼ੁਰੂ ਕਰਾਂ, ਉਹ ਬਰਬਾਦ ਹੋ ਜਾਂਦਾ ਹੈ। ਮੈਨੂੰ ਤਾਂ ਕੋਈ ਰਾਸਤਾ ਨਹੀਂ ਦਿਖਾਈ ਦੇ ਰਿਹਾ। ਮੈਂ ਪੈਸਾ ਖਰਚਿਆ ਪਰ ਨੁਕਸਾਨ ਹੋ ਗਿਆ। ਇੱਥੇ ਮੈਂ ਪੈਸਾ ਖਰਚਿਆ, ਉਹ ਵੀ ਬਰਬਾਦ ਹੋ ਗਿਆ। ਉੱਥੋਂ ਉਧਾਰ ਲਿਆ, ਇੱਥੋਂ ਉਧਾਰ ਲਿਆ, ਵਿਆਜ ਤੇ ਵੀ ਪੈਸੇ ਚੱਕੇ। ਅੱਜ ਮੇਰੇ ਹਾਲਾਤ ਬੱਤਰ ਹੋ ਗਏ ਆ। ਪਤਾ ਨਹੀਂ ਕਿਉਂ ਮੈਂ ਜੋ ਵੀ ਕਰਦਾ ਹਾਂ, ਉਹ ਕੰਮ ਸਫਲ ਨਹੀਂ ਹੁੰਦਾ, ਸਫਲ ਨਹੀਂ ਹੋ ਰਿਹਾ। ਕਾਰਨ ਜਾਣਦੇ ਹੋ? ਪਰਮੇਸ਼ਵਰ ਤੁਹਾਡੇ ਨਾਲ ਨਹੀਂ ਹੈ। ਇਸ ਲਈ ਤੁਸੀਂ ਪਰਮੇਸ਼ਵਰ ਤੋਂ ਬਿਨਾਂ ਕੁਝ ਵੀ ਕਰ ਲਓ, ਉਹਦੇ ਵਿੱਚ ਤੁਸੀਂ ਸਫਲ ਨਹੀਂ ਹੋ ਸਕੋਗੇ। ਯੂਸਫ ਦੇ ਨਾਲ ਪਰਮੇਸ਼ਵਰ ਸੀ, ਇਸੇ ਲਈ ਉਸਨੇ ਜੋ ਵੀ ਕੀਤਾ ਉਹ ਸਫਲ ਹੋਇਆ। ਪਿਆਰਿਓ, ਮੈਂ ਜੋ ਕੁਝ ਵੀ ਕਰਾਂ ਉਹਦੇ 'ਚ ਸਫਲ ਹੋਣਾ ਚਾਹੁੰਦਾ। ਕਿੰਨੇ ਇਸ ਤਰ੍ਹਾਂ ਚਾਹੁੰਦੇ ਆ?
ਮੈਂ ਜੋ ਵੀ ਕਰਾਂ ਮੈਂ ਸਫਲ ਹੋ ਜਾਵਾਂ, ਤਾਂ ਫਿਰ ਕੀ ਚਾਹੀਦਾ ਦੱਸੋ? ਮੈਂ ਜੋ ਵੀ ਕੰਮ ਕਰਾਂ ਮੇਰਾ ਪਰਮੇਸ਼ਵਰ ਮੇਰੇ ਨਾਲ ਹੋਵੇ। ਦੈਟਸ ਸਿੰਪਲ। ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਤੁਸੀਂ ਸਫਲ ਹੋਵੋਗੇ, ਜੇ ਪਰਮੇਸ਼ਵਰ ਤੁਹਾਡੇ ਨਾਲ ਨਹੀਂ ਤੁਸੀਂ ਸਫਲ ਨਹੀਂ ਹੋਵੋਗੇ। ਪਿਆਰਿਓ, ਮੈਂ 12 ਸਾਲ ਦੀ ਉਮਰ ਦੇ ਵਿੱਚ ਹੀ ਉਧਾਰ ਪਾਇਆ। ਉਧਾਰ ਪਾਉਣ ਤੋਂ ਪਹਿਲਾਂ ਸਾਡੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਬਹੁਤ ਸਾਰੇ ਥੀਏਟਰ ਸੀ। ਮੇਰੇ ਪਿਤਾ ਜੀ, ਮੇਰੇ ਭਰਾ, ਮੇਰੀ ਮਾਮਾ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਚਲਾਇਆ ਕਰਦੇ ਸੀ। ਇਸ ਲਈ ਮੇਰੇ ਕੋਲ ਟਿਕਟ ਫ੍ਰੀ ਹੁੰਦੀ ਸੀ। ਮੈਂ ਕਦੋਂ ਵੀ ਫਿਲਮਾਂ ਵੇਖ ਸਕਦਾ ਸੀ। ਇਸ ਲਈ ਉਹਨਾਂ ਫਿਲਮਾਂ ਨੂੰ ਵੇਖ ਕੇ ਮੈਂ ਵੀ ਇੱਕ ਹੀਰੋ ਦੀ ਤਰ੍ਹਾਂ ਉਸੇ ਤਰ੍ਹਾਂ ਬਾਲ ਬਣਾਉਂਦਾ ਸੀ। ਹੀਰੋ ਸਿਗਰਟ ਬੀੜੀ ਪੀਂਦੇ ਸੀ, ਮੈਂ ਵੀ ਪੀਂਦਾ ਸੀ। ਇੱਕ ਵਾਰ ਹੀਰੋ ਨੇ ਫਿਲਮ 'ਚ ਸਿਗਾਰ ਪੀਤਾ, ਮੈਂ ਵੀ ਸਿਗਾਰ ਪੀ ਕੇ ਡਿੱਗ ਪਿਆ। ਇਸ ਤਰ੍ਹਾਂ ਬੇਕਾਰ ਦੇ ਕੰਮ ਕਰਦੇ ਹੋਏ 12 ਸਾਲ ਦੀ ਉਮਰ 'ਚ ਪਰਮੇਸ਼ਵਰ ਦੇ ਅਨੁਗ੍ਰਹਿ ਨਾਲ ਮੇਰੇ ਵਰਗੇ ਨਿਕੰਮੇ ਨੂੰ ਪਰਮੇਸ਼ਵਰ ਨੇ ਚੁਣ ਲਿਆ। ਇਸ ਤਰ੍ਹਾਂ ਚੁਣਨ ਤੋਂ ਬਾਅਦ ਕੀ ਹੋਇਆ ਕਿ ਮੇਰੇ ਪਸੰਦ ਦਾ ਇੱਕ ਹੀਰੋ ਦੀ ਫਿਲਮ ਆਈ। ਇਹ ਆਮ ਗੱਲ ਹੈ, ਤੁਹਾਡੇ ਮੁਕਤੀ ਪਾਉਣ ਤੋਂ ਬਾਅਦ ਸ਼ੈਤਾਨ ਤੁਹਾਡੀ ਪਸੰਦ ਦੀਆਂ ਚੀਜ਼ਾਂ ਨੂੰ ਤੁਹਾਡੇ ਕੋਲ ਲਿਆਏਗਾ ਪਰਖਣ ਦੇ ਲਈ। ਪਤਾ ਨਹੀਂ ਕਿਉਂ ਮੇਰੇ ਮਨ 'ਚ ਇਸ ਤਰ੍ਹਾਂ ਆਇਆ ਕਿ ਪ੍ਰਭੂ, ਇਹ ਇੱਕ ਫਿਲਮ ਦੇਖਾਂਗਾ ਪ੍ਰਭੂ, ਇਹ ਇੱਕ ਫਿਲਮ ਦੇਖਾਂਗਾ ਪ੍ਰਭੂ ਕਹਿ ਕੇ ਮੈਂ ਪ੍ਰਾਰਥਨਾ ਕਰਕੇ ਚਲਾ ਗਿਆ। ਕਿੱਥੇ ਗਿਆ? ਫਿਲਮ ਵੇਖਣ। ਪਿਤਾ, ਮੈਂ ਜਾਣਦਾ ਤੁਸੀਂ ਥੀਏਟਰ ਦੇ ਵਿੱਚ ਨਹੀਂ ਆਓਗੇ, ਤੁਸੀਂ ਨਾ ਆਓ, ਉਹ ਸਿਨੇਮਾ ਹੈ ਨਾ, ਤੁਸੀਂ ਅੰਦਰ ਨਾ ਆਇਓ, ਸਿਰਫ ਗੇਟ ਤੱਕ ਹੀ ਆ ਜਾਇਓ। ਗੇਟ ਤੱਕ ਤੁਸੀਂ ਆਇਓ, ਉੱਥੋਂ ਮੈਂ ਸਿਰਫ ਅੰਦਰ ਜਾਵਾਂਗਾ, ਮੈਂ ਥੋੜੀ ਦੇਰ ਰਹਿ ਕੇ ਫਿਲਮ ਵੇਖ ਕੇ ਫੇਰ ਆ ਜਾਵਾਂਗਾ, ਫਿਰ ਆਪਾਂ ਦੋਨੇ ਮਿਲ ਕੇ ਚਲੇ ਜਾਵਾਂਗੇ। ਇਹ ਕਿਹੜੀ ਉਮਰ ਦੀ ਪ੍ਰਾਰਥਨਾ ਸੀ? ਜਦੋਂ ਮੈਂ 11-12 ਸਾਲ ਦਾ ਸੀ, ਉਸ ਉਮਰ ਦੀ। ਅੱਜ ਕੋਈ ਸਾਡੇ ਵਿਚਕਾਰ ਹੈ? ਪ੍ਰਭੂ, ਮੈਂ ਤੁਹਾਡੇ ਬਿਨਾਂ ਜੀ ਨਹੀਂ ਸਕਦਾ, ਇਸ ਲਈ ਮੈਂ ਇਸ ਲੜਕੀ ਕੋਲ ਜਾਵਾਂਗਾ, ਤੁਸੀਂ ਦਰਵਾਜ਼ੇ ਤੱਕ ਆ ਜਾਇਓ, ਮੈਂ ਅੰਦਰ ਜਾ ਕੇ ਆਵਾਂਗਾ। ਉਸ ਕਲੱਬ ਤੱਕ ਜਾਵਾਂਗੇ ਪ੍ਰਭੂ, ਤੁਸੀਂ ਦਰਵਾਜ਼ੇ ਤੇ ਖੜ ਜਾਓ, ਮੈਂ ਅੰਦਰ ਚਲਾ ਜਾਵਾਂਗਾ। ਤੁਸੀਂ ਬਾਹਰ ਹੀ ਖੜੇ ਹੋ ਪ੍ਰਭੂ, ਮੈਂ ਸਿਰਫ ਅੰਦਰ ਜਾ ਕੇ ਬਾਹਰ ਆ ਜਾਵਾਂਗਾ। ਇਸ ਤਰ੍ਹਾਂ ਕਹਿੰਦੇ ਆ। ਉਹਨਾਂ 'ਚ ਸਮਝਦਾਰੀ ਨਹੀਂ ਆ। ਅੱਜ ਸਾਡੇ ਵਿਚਕਾਰ ਐਸੇ ਲੋਕ ਆ, ਜਿੱਥੇ ਪਰਮੇਸ਼ਵਰ ਨਹੀਂ ਜਾਂਦਾ ਉਸ ਜਗ੍ਹਾ ਤੇ ਇਹ ਜਾਂਦੇ ਆ। ਜਿਨ੍ਹਾਂ ਨੂੰ ਪਰਮੇਸ਼ਵਰ ਪਸੰਦ ਨਹੀਂ ਕਰਦਾ ਉਹੀ ਕੰਮ ਕਰਦੇ। ਪਰਮੇਸ਼ਵਰ ਜੋ ਪਸੰਦ ਨਹੀਂ ਕਰਦਾ ਉਹ ਕਾਰੋਬਾਰ ਕਰ ਰਹੇ ਆ। ਜੋ ਪਰਮੇਸ਼ਵਰ ਪਸੰਦ ਨਹੀਂ ਕਰਦੇ, ਰਿਸ਼ਤੇ ਅਤੇ ਰਿਸ਼ਤੇਦਾਰੀਆਂ ਨੂੰ ਇਹ ਬਣਾ ਰਹੇ ਆ। ਇਹ ਠੀਕ ਨਹੀਂ ਆ, ਇਹਦੇ ਨਾਲ ਭਲਾ ਨਹੀਂ ਆ। ਯੂਸਫ ਨਾਲ ਪਰਮੇਸ਼ਵਰ ਸੀ, ਇਸ ਲਈ ਉਹ ਜੋ ਵੀ ਕਰਦਾ ਸੀ ਪਰਮੇਸ਼ਵਰ ਸਭ ਕੁਝ ਸਫਲ ਕਰਦਾ ਸੀ। ਸੈਮਸਨ ਨੂੰ ਪਰਮੇਸ਼ਵਰ ਨੇ ਛੱਡ ਦਿੱਤਾ, ਇਸੇ ਲਈ ਉਹਦੀ ਸਾਮਰਥ ਚਲੀ ਗਈ। ਉਸ ਤੋਂ ਬਾਅਦ ਕੀ ਲਿਖਿਆ ਵੇਖਾਂਗੇ। ਉਹ ਨਹੀਂ ਜਾਣਦਾ ਸੀ ਕਿ ਯਹੋਵਾ ਉਹਦੇ ਕੋਲੋਂ ਦੂਰ ਚਲਾ ਗਿਆ ਹੈ। ਜਿਸ ਵੇਲੇ ਹੀ ਪਰਮੇਸ਼ਵਰ ਨੇ ਸੈਮਸਨ ਨੂੰ ਛੱਡਿਆ, ਮੁਸ਼ਕਲਾਂ ਵੱਧ ਗਈਆਂ, ਕਸ਼ਟ ਵੱਧ ਗਏ, ਸ਼ਰਮਿੰਦਗੀ ਆਉਣ ਲੱਗੀ, ਰਾਸਤੇ 'ਚ ਘਟਨਾਵਾਂ ਸੀ। ਜਿਸ ਵੇਲੇ ਪਰਮੇਸ਼ਵਰ ਨੇ ਸੈਮਸਨ ਨੂੰ ਛੱਡਿਆ, ਤਦ ਕਦੋਂ? ਜਦੋਂ ਪਰਮੇਸ਼ਵਰ ਨੇ ਸੈਮਸਨ ਨੂੰ ਛੱਡ ਦਿੱਤਾ, ਤਦ ਫਲਿਸ਼ਤੀਆਂ ਨੇ ਉਸ ਨੂੰ ਫੜ ਲਿਆ। ਸੁਣ ਰਹੇ ਹੋ ਭਰਾਵੋ? ਜੇ ਪਰਮੇਸ਼ਵਰ ਨੇ ਤੁਹਾਨੂੰ ਛੱਡ ਦਿੱਤਾ ਤਾਂ ਲੁਕ ਕੇ ਬੈਠਾ ਹੈ ਕੌਣ? ਤਾਕ 'ਚ ਬੈਠਾ ਹੈ ਕੀ ਕਰਨ ਦੇ ਲਈ? ਤੁਹਾਨੂੰ ਫੜਨ ਲਈ, ਤੁਹਾਡੀ ਸਾਮਰਥ ਨੂੰ ਉਹ ਖਤਮ ਕਰਨ ਦੇ ਲਈ, ਤੁਹਾਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ, ਤੁਹਾਡੇ ਕਾਰੋਬਾਰ ਦੇ ਵਿੱਚ ਤੁਹਾਨੂੰ ਘਾਟਾ ਪਾਉਣ ਦੇ ਲਈ, ਤੁਹਾਡੇ ਪਰਿਵਾਰ ਨੂੰ ਤੋੜਨ ਦੇ ਲਈ ਸ਼ੈਤਾਨ ਲੁਕ ਕੇ ਬੈਠਾ ਹੈ। ਸ਼ੈਤਾਨ ਕਿਉਂ ਨਹੀਂ ਤੁਹਾਡੇ ਕੋਲ ਆ ਪਾ ਰਿਹਾ? ਸ਼ੈਤਾਨ ਤੁਹਾਡੀ ਨੌਕਰੀ 'ਚ ਹੱਥ ਕਿਉਂ ਨਹੀਂ ਪਾ ਰਿਹਾ? ਕਿਉਂ ਸ਼ੈਤਾਨ ਤੁਹਾਡੇ ਵਪਾਰ ਅਤੇ ਪਰਿਵਾਰ ਵਿੱਚ ਹੱਥ ਨਹੀਂ ਪਾ ਰਿਹਾ? ਕਾਰਨ ਜਾਣਦੇ ਹੋ? ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਤੁਸੀਂ ਹੋ, ਇਸ ਲਈ ਉਹ ਕੁਝ ਨਹੀਂ ਕਰ ਪਾ ਰਿਹਾ। ਜੇ ਤੁਸੀਂ ਪਰਮੇਸ਼ਵਰ ਦੇ ਬਾੜੇ 'ਚੋਂ ਬਾਹਰ ਆਓਗੇ ਤਾਂ ਉਹ ਬਾਹਰ ਲੁਕਿਆ ਹੋਇਆ ਹੈ। ਕਈ ਵਾਰ ਚੂਚੇ ਕੀ ਕਰਦੇ ਆ? ਆਪਣੀ ਮਾਂ ਦੇ ਪਰਾਂ ਦੇ ਥੱਲੇ ਰਹਿੰਦੇ ਆ, ਆਪਣੀ ਮਾਂ ਦੇ ਬਿਲਕੁਲ ਹੀ ਨੇੜੇ ਰਹਿੰਦੇ ਆ। ਰਾਈਟ, ਦੂਰੋਂ ਹੀ ਵੇਖਦਾ ਰਹਿੰਦਾ ਹੈ। ਕੌਣ? ਚੀਲ। ਉਹ ਚੀਲ ਵੇਖਦਾ ਰਹਿੰਦਾ। ਉਹ ਸਾਰੇ ਚੂਚੇ ਮਾਂ ਦੇ ਕੋਲੇ ਹੀ ਰਹਿੰਦੇ ਆ, ਬਿਲਕੁਲ ਨੇੜੇ ਰਹਿੰਦੇ ਆ। ਅਗਰ ਕੋਈ ਵੀ ਕੁੱਤਾ ਹੋਵੇ ਜਾਂ ਬਿੱਲੀ ਹੋਵੇ, ਅਗਰ ਅਚਾਨਕ ਆ ਜਾਵੇ, ਚੂਚੇ ਕੀ ਕਰਦੇ ਆ? ਪਰਾਂ ਦੇ ਥੱਲੇ ਲੁਕ ਜਾਂਦੇ ਆ। ਸਾਡੀ ਮਾਂ ਦੇ ਪਰਾਂ ਦੇ ਥੱਲੇ ਸਾਡੀ ਬਚਾਵ ਹੈ। ਇਹ ਮੁਰਗੀ ਦੇ ਬੱਚਿਆਂ ਨੂੰ ਵੀ ਪਤਾ ਹੈ ਪਿਆਰਿਓ, ਉਹਨਾਂ ਦਾ ਪਰਾਂ ਦੇ ਥੱਲੇ ਹੀ ਬਚਾਵ ਹੈ। ਇਸ ਦੌਰਾਨ ਇੱਕ ਛੋਟਾ ਜਿਹਾ ਮੁਰਗੀ ਦਾ ਚੂਚਾ ਕਿਉਂ
ਬਾਹਰ ਜਾਣ ਤੇ ਬਚਾਵ ਨਹੀਂ ਹੋਵੇਗਾ ਕਿ ਮਾਂ ਤੋਂ ਦੂਰ ਹੋ ਕੇ ਮੈਂ ਜੀ ਨਹੀਂ ਸਕਦੀ। ਇਹ ਸੋਚ ਕੇ ਉਹਨਾਂ ਪਰਾਂ ਤੋਂ ਬਾਹਰ ਹੋ ਕੇ ਹੋਲੀ ਦਿਨੇ ਇਕੱਲੇ ਇਸ ਤਰ੍ਹਾਂ ਬਾਹਰ ਨਿਕਲੀ ਅਤੇ ਇੱਕ ਫਲਾਈਟ ਆਈ। ਉਹ ਫਲਾਈਟ ਆ ਕੇ ਲੈ ਗਈ। ਹਜੇ ਤੱਕ ਇਹ ਜਿਹੜਾ ਛੋਟਾ ਚੂਚਾ ਜ਼ਮੀਨ ਤੇ ਸੀ, ਹਵਾ ਦੇ ਵਿੱਚ ਉੱਡਣ ਲੱਗਾ। ਕੀ ਹੋਇਆ ਦੱਸੋ? ਚੀਲ ਆਈ, ਲੈ ਕੇ ਚਲੀ ਗਈ। ਕਿਹੜੇ ਚੂਚੇ ਨੂੰ ਚੀਲ ਲੈ ਕੇ ਗਈ? ਜਿਹੜਾ ਮਾਂ ਤੋਂ, ਮਾਂ ਦੇ ਪਰਾਂ ਤੋਂ, ਮਾਂ ਦੇ ਬਚਾਵ ਤੋਂ ਜਿਹੜਾ ਚੂਚਾ ਦੂਰ ਹੋਇਆ ਸੀ, ਉਸੇ ਨੂੰ ਹੀ ਚੀਲ ਲੈ ਗਈ ਨਾ। ਭੈਣੋ ਅਤੇ ਭਰਾਵੋ, ਚੀਲ ਤਾਕ 'ਚ ਬੈਠੀ ਹੈ। ਸ਼ੈਤਾਨ ਰੂਪੀ ਚੀਲ ਤਾਕ 'ਚ ਬੈਠਾ ਹੈ। ਤੁਸੀਂ ਥੋੜਾ ਜਿਹਾ ਪਰਮੇਸ਼ਵਰ ਦੀ ਹਜ਼ੂਰੀ ਤੋਂ ਬਾਹਰ ਆਏ, ਮੈਨੂੰ ਕੁਝ ਨਹੀਂ ਹੋਵੇਗਾ, ਇਸ ਤਰ੍ਹਾਂ ਦੀ ਗਲਤ ਫਹਿਮੀ ਨਾਲ ਅਗਰ ਪਰਮੇਸ਼ਵਰ ਦੀ ਹਜ਼ੂਰੀ 'ਚੋਂ ਬਾਹਰ ਜਾਓਗੇ, ਉਹ ਤਾਕ 'ਚ ਬੈਠੇਗਾ। ਸੈਮਸਨ ਕਿੱਥੇ ਗਿਆ ਸੀ ਜਾਣਦੇ ਹੋ? ਫਲਿਸ਼ਤੀਆਂ ਦੇ ਦੇਸ਼ ਦੇ ਵਿੱਚ ਉਹ ਗਿਆ। ਉਹਨਾਂ ਨੂੰ ਜਿੱਤਣ ਦੇ ਲਈ ਨਹੀਂ, ਗੁਪਤ ਵਿੱਚ ਪਾਪ ਕਰਨ ਦੇ ਲਈ। ਅੱਜ ਕੋਈ ਸਾਡੇ ਵਿਚਕਾਰ ਹੈ ਲੁਕ ਕੇ ਪਾਪ ਕਰਨ ਦੇ ਲਈ। ਜਿੱਥੇ ਨਹੀਂ ਜਾਣਾ ਉੱਥੇ ਜਾਣ ਵਾਲੇ, ਜਿੱਥੇ ਨਹੀਂ ਜਾਣਾ ਐਸੇ ਲੋਕਾਂ ਕੋਲ ਜਾਣ ਵਾਲੇ, ਜਿਨ੍ਹਾਂ ਘਰਾਂ 'ਚ ਨਹੀਂ ਜਾਣਾ ਉੱਥੇ ਜਾਣ ਵਾਲੇ, ਜਿਨ੍ਹਾਂ ਨਾਲ ਨਹੀਂ ਜਾਣਾ ਉਹਨਾਂ ਨਾਲ ਜਾਣ ਵਾਲੇ। ਪਾਪ ਨੂੰ ਲੁਕ ਕੇ ਕਰਾਂਗਾ, ਇਸ ਤਰ੍ਹਾਂ ਕਰਨ ਵਾਲਾ ਕੋਈ ਹੈ? ਖਬਰਦਾਰ, ਜਦੋਂ ਤੁਸੀਂ ਬੇਖੌਫ ਹੋ ਕੇ ਪਾਪ ਕਰਨ ਲਈ ਪਰਮੇਸ਼ਵਰ ਦੀ ਹਜ਼ੂਰੀ 'ਚੋਂ ਜਾਓਗੇ, ਸ਼ੈਤਾਨ ਤਿਆਰ ਰਹੇਗਾ। ਸੈਮਸਨ ਪਰਮੇਸ਼ਵਰ ਤੋਂ ਦੂਰ ਹੋ ਗਿਆ। ਅਚਾਨਕ ਫਲਿਸ਼ਤੀ ਲੋਕ ਆ ਗਏ, ਸੈਮਸਨ ਨੂੰ ਫੜ ਲਿਆ। ਇਸੇ ਸੈਮਸਨ ਦੇ ਲਈ ਕੁਝ ਸਮੇਂ ਪਹਿਲਾਂ 1000 ਲੋਕ ਆਏ ਸੀ, ਉਹਨਾਂ ਸਾਰਿਆਂ ਨੂੰ ਮਾਰ ਦਿੱਤਾ। ਅੱਜ ਇਸੇ ਸੈਮਸਨ ਨੂੰ ਜਦੋਂ ਫਲਿਸ਼ਤੀਆਂ ਨੇ ਫੜ ਲਿਆ, ਉਹ ਕੁਝ ਨਹੀਂ ਕਰ ਪਾਇਆ। ਉਹ ਤਗੜਾ ਸੀ, ਲੇਕਿਨ ਪਰਮੇਸ਼ਵਰ ਦੀ ਹਜ਼ੂਰੀ 'ਚੋਂ ਬਾਹਰ ਨਿਕਲਣ ਤੇ ਕਮਜ਼ੋਰ ਹੋ ਗਿਆ। ਅੱਖਾਂ ਕੱਢ ਦਿੱਤੀਆਂ, ਸਰੀਰ ਜ਼ਖਮੀ ਕਰ ਦਿੱਤਾ, ਹੱਥ ਤੇ ਪੈਰ ਬੰਨ੍ਹ ਦਿੱਤੇ। ਉਹ ਬੜਾ ਤਾਕਤਵਰ ਸੀ, ਪਰਮੇਸ਼ਵਰ ਤੋਂ ਦੂਰ ਹੋ ਗਿਆ, ਫਿਰ ਕਮਜ਼ੋਰ ਹੋ ਗਿਆ। ਆਖਰ ਦੇ ਵਿੱਚ ਫਲਿਸ਼ਤੀਆਂ ਦੀ ਜ਼ਮੀਨ ਤੇ ਹੀ ਉਹ ਮਾਰਿਆ ਗਿਆ। ਸੱਚ ਤਾਂ ਇਹ ਹੈ ਉਸਨੇ ਆਪਣੇ ਆਪ ਨੂੰ ਮਾਰ ਲਿਆ। ਜ਼ਰੂਰੀ ਹੈ ਕਵਾਂਗੇ, ਦੂਸਰੇ ਦੇਸ਼ਾਂ ਵਿੱਚ ਪਾਪਮਈ ਕੰਮ ਕਰਕੇ ਉਹਨਾਂ ਦੇ ਵਿੱਚ ਜਾਨ ਗਵਾ ਦਿੱਤੀ, ਪਰ ਦੂਜੇ ਦੇਸ਼ ਦੇ ਵਿੱਚ ਪਵਿੱਤਰਤਾਈ ਦੇ ਵਿੱਚ ਚੱਲ ਕੇ ਉਹਨਾਂ ਦੇ ਹੀ ਵਿਚਕਾਰ ਉਹਨਾਂ ਤੇ ਰਾਜ ਕਰਨ ਦੇ ਸਤਰ ਤੱਕ ਪਹੁੰਚ ਗਿਆ। ਪਰਮੇਸ਼ਵਰ ਦੇ ਨਾਲ ਰਹਿਣ ਵਾਲਾ ਯੂਸਫ ਕਿੰਨਾ ਅਦਭੁਤ ਹੈ ਪਿਆਰਿਓ। ਯੂਸਫ ਦੇ ਨਾਲ ਪਰਮੇਸ਼ਵਰ ਸੀ, ਇਸੇ ਲਈ ਦੇਸ਼ ਤੇ ਸ਼ਾਸਨ ਕਰਨ ਲੱਗਾ, ਦੇਸ਼ ਤੇ ਰਾਜ ਕਰਨ ਲੱਗਾ। ਇੰਨਾ ਹੀ ਨਹੀਂ, ਉਸਨੇ ਪੂਰੇ ਪਰਿਵਾਰ ਨੂੰ ਵੀ ਯੂਸਫ ਪਾਲ ਸਕਿਆ। ਪਿਤਾ ਜੀ ਆ ਜਾਓ, ਪਿਤਾ ਜੀ। ਕੇਵਲ ਤੁਸੀਂ ਹੀ ਨਹੀਂ, ਮੇਰੇ ਪੂਰੇ ਭਰਾਵਾਂ ਨੂੰ ਵੀ, ਉਹਨਾਂ ਦੇ ਪਰਿਵਾਰਾਂ ਨੂੰ ਪਾਲਣ ਦੀ ਸ਼ਕਤੀ ਪਰਮੇਸ਼ਵਰ ਨੇ ਮੈਨੂੰ ਦਿੱਤੀ ਹੈ। ਉਹਨਾਂ ਦੇ ਵੀ ਕਾਰੋਬਾਰ ਅਤੇ ਨੌਕਰੀ ਕਰਨ ਦੇ ਵਿੱਚ ਮਦਦ ਕਰਾਂਗਾ। ਇਹ ਨਹੀਂ ਕਹਿ ਰਿਹਾ ਕਿ ਬਿਠਾ ਕੇ ਖਿਲਾਵਾਂਗਾ। ਆਪਣੇ ਸਾਰੇ ਪੁੱਤਰਾਂ ਨੂੰ ਲੈ ਆਓ, ਉਹਨਾਂ ਨੂੰ ਬਿਠਾ ਕੇ ਨਹੀਂ ਖਵਾਵਾਂਗਾ, ਇਸ ਤਰ੍ਹਾਂ ਨਹੀਂ ਕਿਹਾ। ਪਿਤਾ ਜੀ ਤੁਸੀਂ ਆ ਜਾਓ ਅਤੇ ਸਾਰਿਆਂ ਨੂੰ ਨਾਲ ਲੈ ਕੇ ਆਇਓ, ਮੈਂ ਉਹਨਾਂ ਦੀ ਮਦਦ ਕਰਾਂਗਾ। ਉਹ ਜਦੋਂ ਆ ਜਾਣਗੇ, ਉਹਨਾਂ ਨੂੰ ਖੇਤ ਦਿੱਤੇ ਕੰਮ ਕਰਨ ਦੇ ਲਈ ਕਿਹਾ ਅਤੇ ਭੇਡਾਂ ਵੀ ਦਿੱਤੀਆਂ। ਮਿਹਨਤ ਨਾਲ ਕੰਮ ਕਰੋ ਕਿਹਾ, ਪਿਤਾ ਦੀ ਰਾਖੀ ਕਰਨ ਲਈ ਕਿਹਾ। ਜੇ ਪਰਮੇਸ਼ਵਰ ਸਾਡੇ ਨਾਲ ਹੈ ਤਾਂ ਅਸੀਂ ਪਵਿੱਤਰਤਾਈ ਨਾਲ ਜੀਣਾ ਹੈ। ਜੇ ਪਾਪ ਸਾਡੇ ਵਿੱਚ ਹੈ, ਅਸੀਂ ਪਰਮੇਸ਼ਵਰ ਦੀ ਹਜ਼ੂਰੀ ਗਵਾ ਦਾਂਗੇ। ਪਰਮੇਸ਼ਵਰ ਦੀ ਸੰਗਤੀ ਅਗਰ ਚਲੀ ਗਈ, ਸਾਡੇ ਕੋਲ ਜੋ ਕੁਝ ਹੈ ਉਹ ਵੀ ਚਲਾ ਜਾਏਗਾ। ਇਹਦਾ ਉਦਾਹਰਨ ਸੈਮਸਨ ਹੈ। ਪਵਿੱਤਰਤਾਈ ਵਿੱਚ ਜੀਣ ਨਾਲ ਅਸੀਂ ਹੋਰ ਵੀ ਤਰੱਕੀ ਕਰਾਂਗੇ, ਹੋਰ ਵੀ ਆਸ਼ੀਸ਼ ਪਾਵਾਂਗੇ। ਇਹਦਾ ਐਗਜ਼ਾਮਪਲ ਹੈ ਯੂਸਫ। ਸੈਮਸਨ ਆਪਣੇ ਮਾਤਾ ਪਿਤਾ ਨੂੰ ਦੁੱਖ ਦਿੰਦਾ ਸੀ ਪਿਆਰਿਓ। ਉਹਨਾਂ ਦੇ ਪੁੱਤਰ ਦਾ ਉਹਨਾਂ ਤੋਂ ਵੀ ਪਹਿਲਾਂ ਮਰ ਜਾਣਾ, ਕਿਹੜੇ ਮਾਂ-ਬਾਪ ਇਹ ਸਹਿ ਸਕਦੇ ਆ? ਸੈਮਸਨ ਜੋ ਮਨਾ ਕੀਤਾ ਉਹੀ ਕੀਤਾ। ਜਿੱਥੇ ਨਹੀਂ ਜਾਣਾ ਸੀ ਉੱਥੇ ਤੂੰ ਗਿਆ ਅਤੇ ਸਾਡੇ ਤੋਂ ਪਹਿਲਾਂ ਤੂੰ ਮਰ ਗਿਆ। ਸੈਮਸਨ, ਬੁਢਾਪੇ 'ਚ ਤੂੰ ਹੀ ਸਾਡਾ ਖਿਆਲ ਰੱਖਣਾ ਸੀ, ਸੰਭਾਲਣਾ ਸੀ, ਸਾਨੂੰ ਇਕੱਲਾ ਛੱਡ ਕੇ ਮਰ ਗਿਆ। ਸੈਮਸਨ, ਉਹ ਮਾਂ-ਬਾਪ ਕਿੰਨੇ ਰੋਏ ਹੋਣਗੇ। ਭੈਣੋ ਤੇ ਭਰਾਵੋ, ਜੇ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਚੱਲਾਂਗੇ, ਆਪਣੇ ਪਰਿਵਾਰ ਨੂੰ ਰੁਲਾਵਾਂਗੇ, ਜੇ ਅਸੀਂ ਪਰਮੇਸ਼ਵਰ ਦੇ ਵਿਰੁੱਧ ਪਾਪਮਈ ਕੰਮਾਂ 'ਚ ਫਸ ਜਾਵਾਂਗੇ, ਸਾਡੇ ਨਾਲ ਜੁੜੀ ਹੋਈ ਪਤਨੀ ਹੋ ਸਕਦੀ ਆ, ਬੱਚੇ ਹੋ ਸਕਦੇ ਆ, ਜਨਮ ਦੇਣ ਵਾਲੇ ਮਾਂ-ਬਾਪ ਹੋ ਸਕਦੇ ਆ, ਅਸੀਂ ਉਹਨਾਂ ਨੂੰ ਰੁਆਵਾਂਗੇ। ਪਾਪ ਦੇ ਅਧੀਨ ਹੋ ਕੇ ਸੈਮਸਨ ਰੁਆ ਦਿੱਤਾ। ਉਸਨੇ ਆਪਣੇ ਦੇਸ਼ ਦੇ ਲੋਕਾਂ ਦਾ ਸਹਾਰਾ ਬਣਨਾ ਸੀ,
ਉਹਨਾਂ ਨੂੰ ਸੰਭਾਲਣਾ ਸੀ, ਉਹਨਾਂ ਦੀ ਰਾਖੀ ਕਰਨੀ ਸੀ, ਉਹਨਾਂ ਨੂੰ ਇਕੱਲਾ ਛੱਡ ਕੇ ਮਰ ਗਿਆ। ਜਨਮ ਦੇਣ ਵਾਲੇ ਮਾਂ-ਬਾਪ ਨੂੰ ਵੀ ਇਕੱਲਾ ਛੱਡ ਕੇ ਮਰ ਗਿਆ। ਪਿਆਰਿਓ, ਇਹ ਪਰਮੇਸ਼ਵਰ ਤੋਂ ਦੂਰ ਹੋਏ ਲੋਕਾਂ ਦਾ ਕੰਮ ਹੈ। ਸਾਡੇ ਵਿਚਕਾਰ ਕੋਈ ਹੈ ਜਿਨ੍ਹਾਂ ਮਾਂ-ਬਾਪ ਨੂੰ ਇਕੱਲਾ ਛੱਡ ਦਿੱਤਾ ਹੋਵੇ? ਉਹ ਆਪਣੀ ਮੌਤ ਮਰਨਗੇ, ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ, ਪਤਨੀ ਬੱਚਿਆਂ ਨੂੰ ਇਕੱਲੇ ਛੱਡ ਕੇ ਮਨਮਰਜ਼ੀ ਕਰਨ ਵਾਲਾ ਕੋਈ ਹੈ? ਤੁਸੀਂ ਕੌਣ ਹੈ ਜਾਣਦੇ ਹੋ? ਜਿਹੜੇ ਪਰਮੇਸ਼ਵਰ ਤੋਂ ਦੂਰ ਹੋ ਗਏ ਅਤੇ ਸ਼ੈਤਾਨ ਦੇ ਗੁਲਾਮ ਹੋ ਗਏ। ਪਤੀ ਨੂੰ ਛੱਡ ਕੇ, ਪਤਨੀ ਨੂੰ ਛੱਡ ਕੇ ਮਨਮਰਜ਼ੀ ਨਾਲ ਜੀਣ ਵਾਲੇ ਕੌਣ ਹੈ ਜਾਣਦੇ ਹੋ? ਸ਼ੈਤਾਨ ਦੇ ਹੱਥਾਂ 'ਚ ਗੁਲਾਮ ਬਣ ਕੇ ਜੀਣ ਵਾਲੇ। ਸੈਮਸਨ ਨੇ ਇਹੀ ਕੀਤਾ ਸੀ। ਮਾਂ-ਬਾਪ ਨੂੰ ਰੁਆਇਆ, ਪਰਮੇਸ਼ਵਰ ਨੂੰ ਵੀ ਬਹੁਤ ਰੁਆਇਆ। ਯੂਸਫ ਵੱਲ ਵੇਖੋ, ਉਹ ਪਰਾਏ ਦੇਸ਼ ਵਿੱਚ ਸੀ, ਪਵਿੱਤਰ ਜ਼ਿੰਦਗੀ ਜੀ ਰਿਹਾ ਸੀ, ਪਰਮੇਸ਼ਵਰ ਦੇ ਨਾਲ ਹੀ ਚੱਲਦਾ ਸੀ। ਇੰਨਾ ਹੀ ਨਹੀਂ, ਉਹ ਦੇਸ਼ ਤੇ ਰਾਜ ਕਰਨ ਵਾਲੇ ਅਹੁਦੇ ਤੱਕ ਪਹੁੰਚ ਗਿਆ। ਆਪਣੇ ਪਿਤਾ ਨੂੰ ਆਨੰਦ ਦੇ ਰਿਹਾ ਹੈ ਅਤੇ ਆਪਣੇ ਭਰਾਵਾਂ ਨੂੰ ਵੀ ਸਹਾਰਾ ਦੇ ਰਿਹਾ ਸੀ। ਭੈਣੋ ਅਤੇ ਭਰਾਵੋ, ਤੁਸੀਂ ਵੀ ਇਹੀ ਕਰਨਾ ਹੈ। ਆਪਣੇ ਮਾਂ-ਬਾਪ ਲਈ ਤੁਸੀਂ ਘਮੰਡ ਦਾ ਕਾਰਨ ਬਣਨਾ ਹੈ। ਆਪਣੇ ਭਰਾਵਾਂ ਦੇ ਲਈ ਤੁਸੀਂ ਸਹਾਰਾ ਬਣਨਾ ਹੈ। ਆਸ਼ੀਸ਼ਦਾਇਕ ਜੀਵਨ ਜੀਣਾ ਹੈ। ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ, ਅੱਜ ਜਿੰਨੇ ਵੀ ਲੋਕ, ਜਿਵੇਂ ਤੂੰ ਯੂਸਫ ਦੇ ਨਾਲ ਰਿਹਾ ਉਸੇ ਤਰ੍ਹਾਂ ਮੇਰੇ ਨਾਲ ਵੀ ਰਹਿ ਪਿਤਾ। ਕਮਜ਼ੋਰ ਹਾਂ, ਗਰੀਬ ਹਾਂ ਮੈਂ, ਮੇਰੀ ਕੋਈ ਗਿਣਤੀ ਨਹੀਂ ਆ, ਮੇਰਾ ਕੋਈ ਪਤਾ ਨਹੀਂ ਆ, ਫਿਰ ਵੀ ਤੁਹਾਡਾ ਮੇਰੇ ਨਾਲ ਰਹਿਣਾ ਕਾਫੀ ਹੈ। ਜੋ ਇੱਕ ਬੇਨਾਮ ਸੀ, ਜਿਹੜਾ ਇਕੱਲਾ ਹੀ ਸੀ, ਉਸ ਯੂਸਫ ਨੂੰ ਦੇਸ਼ ਦਾ ਰਾਜਾ ਬਣਾ ਦਿੱਤਾ ਤੁਸੀਂ। ਅਸੀਂ ਉਸੇ ਪਰਮੇਸ਼ਵਰ ਨੂੰ ਮੰਨਦੇ ਹਾਂ। ਪਿਤਾ, ਤੁਸੀਂ ਸਾਡੇ ਨਾਲ ਰਹੋ, ਅਸੀਂ ਧਾਰਮਿਕਤਾ ਨਾਲ ਚੱਲੀਏ, ਖਰਾਈ ਨਾਲ ਚੱਲਦੇ ਹੋਏ ਪਿਤਾ, ਲੋਕਾਂ ਦੀ ਮਦਦ ਕਰਦੇ ਹੋਏ ਪਿਤਾ, ਲੋਕਾਂ ਦੀ ਭਲਾਈ ਕਰਦੇ ਹੋਏ ਪਰਿਵਾਰ ਦੇ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਨਾਲ ਜੀ ਸਕੀਏ। ਬੁਰੀਆਂ ਆਦਤਾਂ ਨੂੰ ਛੱਡ ਕੇ ਪਵਿੱਤਰ ਜੀਵਨ ਜੀਂਦੇ ਹੋਏ ਤੁਹਾਡੇ ਨਾਲ ਰਹਿ ਕੇ ਹਰ ਇੱਕ ਕੰਮ ਅਤੇ ਕੋਸ਼ਿਸ਼ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਬਹੁਤਿਆਂ ਦੀ ਭਲਾਈ ਦੇ ਲਈ, ਸਮਾਜ ਦੇ ਲਈ ਇਸਤੇਮਾਲ ਹੋ ਕੇ, ਦੇਸ਼ ਦੇ ਲਈ ਆਸ਼ੀਸ਼ ਵਾਲੇ ਬਣ ਕੇ ਅੱਜ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਹਰ ਇੱਕ ਜਨ ਨੂੰ ਬਣਾ ਦਿਓ। ਯੀਸ਼ੂ ਦੇ ਨਾਮ 'ਚ ਮੰਗਦੇ ਹਾਂ ਪਿਤਾ, ਆਮੀਨ। ਸਾਡਾ ਪਤਾ ਕਲਵਰੀ, ਪੋਸਟ ਬਾਕਸ ਨੰਬਰ 30, ਕੁਕਟਪੱਲੀ, हैदराबाद 72।